कही भी तू मिस्त्री बंदा है, हाँ चिनाई करदा है, तेरे हाँ। 2 लड़कियां हाँ तो हाँ तू चुनाव लड़ना चाहना है तो भी पैसा बहुत लगदा है ते तेरी हैसियत देख के चुनाव लड़न की कोशिश कर। तो मैं क्या भी अगर चाय बेचने वाला बंदा देश साम सकदा है तो फिर असी मिस्त्री बंदा ते की गल है। वाह पंचायत ही नहीं साम यार सकदे। क्या बात है सुखदीप सिंह जी, हाँ जी, बड़ी तगड़ी गल कही है ते एकदम टणका के गल कही है। ਇਹ ਚੀਜ਼ਾਂ ਮੈਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਗੀ। ਜਦੋਂ 2800 ਵੋਟ ਦਾ ਮੈਂ ਮੁਖੀਆ ਬਣ ਗਿਆ हाँ ਉਸ ਤੋਂ ਬਾਅਦ ਮੇਰੀ ਕਲੈਕਟਰ ਨਾਲ ਸੁਣੂਗਾ। सही गल है। ਫਿਰ ਚੱਲ ਬਲ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੰਦਿਆਂ ਦੀ ਪਹਿਲੇ ਚੱਲ ਬਲ ਹੈ हाँ ਜਿਵੇਂ ਥਾਣੇ 'ਚ ਹੈ ਜਾਂ ਕਲੈਕਟਰ ਨਾਲ ਜਾਣਕਾਰੀ ਹੈ ਤਾਂ ਫਿਰ ਉਹੀ ਇਲੈਕਸ਼ਨ ਲੜ ਸਕਦੇ ਆ। ਸਹੀ ਅਸੀਂ ਨਹੀਂ ਗੱਲ। ਲੜ ਸਕਦੇ, ਸਾਡੀ ਜਾਣਕਾਰੀ ਨਹੀਂ ਤਾਂ ਜੀ। बाकी पैसों तो अगर सारी चीजा सुखदीप सिंह जी मिलती ना ਹੂੰ तो लोग इन्ने करोड़पति अरबपति बैठे हो अपनी एक एक साह है ना ਹੂੰ ओदा मुल पा देंगे। ਬਿਲਕੁਲ ਬਿਲਕੁਲ पैसे तो कोई चीजा नहीं मिलदियां। ਨਹੀਂ ਮਿਲਦੀ। ਲੇਕਿਨ ਇਹ ਹੈ ਵੀ ਅਗਰ ਕੋਈ ਨਾਰਮਲ ਬੰਦਾ ਕੋਈ ਸਟਾਰਟਿੰਗ ਕਰਦਾ ਨਾ ਤਾਂ ਉਹਨੂੰ ਦਬਾਇਆ ਨਹੀਂ ਜਾਣਾ ਚਾਹੀਦਾ। ठीक है। ਇਹ ਗੱਲ ਗਲਤ ਹੈ। ਤਾਂ ਮਤਲਬ ਅਗਰ ਮੈਂ ਕੋਸ਼ਿਸ਼ ਕਰ ਰਿਹਾ ਤਾਂ ਮੈਨੂੰ ਅੱਗੇ ਤਾਈਂ ਜਾਣ ਦਿਓ, ਬਹੁਤ ਕੁਝ ਸਿੱਖਣ ਨੂੰ ਮਿਲੀ ਜਾਂਦਾ ਹੈ। चलवल कराने वाला बनाओ तो सही, ਬਣਾਓ ਤਾਂ ਸਹੀ। जब चलवल कराने वाला ने जनता ने बनाया था ਹਾਂਜੀ तो चलवल तो आपे हो जूगी। ਆਪੇ ਹੋ ਜੀ। थाने वाले भी सुनेंगे, ਬਿਲਕੁਲ कलेक्टर भी सुनेंगे, ਹਾਂਜੀ मंत्री भी थे आएंगे क्योंकि जरा खरी कहंदा तो कम खराब ही हो जाता है। ਕੰਮ ਖਰਾਬ ਹੀ ਹੁੰਦਾ। ਫਿਰ ਸਿਸਟਮ ਹੀ ਆਈ ਹੈ। ਹਾਂ। ਅਗਰ ਉਹ ਖਰੀ ਕਹਿਣ ਵਾਲੇ ਆਂਦੇ ਨਹੀਂ, ਖਰੀ ਗੱਲ ਦੱਸਦੇ ਨਹੀਂ ਤਾਂ ਹੀ ਤਾਂ ਸਾਰਾ ਸਿਸਟਮ ਦੇ ਅੰਦਰ ਦਿੱਕਤ ਚਲੀ ਜਾਂਦੀ ਹੈ। ਅਗਰ ਖਰੀ ਗੱਲ ਦੱਸਣ ਤਾਂ ਫਿਰ ਦਿੱਕਤ ਆਂਦੀ ਨਹੀਂ। ठीक तो ज्यादा जड़ा एक जो जड़ा लफ्ज है ना मेनू की है अपना की जाता है ਆਪਣਾ ਕੀ ਜਾਂਦਾ ਹੈ ਇਹ ਉਹਨਾਂ ਨੂੰ ਪਤਾ ਨਹੀਂਗਾ ਜਾਂਦਾ ਬਹੁਤ ਕੁਛ ਹੈ ਉਸੇ ਵਜ੍ਹਾ ਨਾਲ ਹੀ ਤਾਂ ਜਾਈ ਜਾਂਦਾ ਹੈ। बस ਉਸੇ लेकिन ਵਜ੍ਹਾ ਨਾਲ ਹੀ ਜਾਈ ਜਾਂਦਾ ਹੈ। जानदा सब कुछ है सब कुछ है। लेकिन बस गुमराह वो एक कहावत है भी गुमराह आप दुनिया को नहीं कर रहे गुमराह खुद हो रहे हो। ਖੁਦ ਹੋ ਰਹੇ ਹੋ ਤੇ ਆਪਣੇ ਇਹ ਦਿਮਾਗ ਦੇ ਅੰਦਰ ਨਹੀਂ ਵੀ ਆਪਾਂ ਕੋਈ ਦਾਵਾ ਕਰਦੇ ਆ ਆਪਾਂ ਐ ਕਰਦੇ ਆ ਉਹ ਕਰਦੇ ਆ, ਉਹ ਤਾਂ ਕਰਕੇ ਦਿਖਾਵਾਂਗੇ ਉਦੋਂ ਆਪੇ ਪਤਾ ਚੱਲ ਜਾਊਗਾ। ਸਿੱਖਿਆ ਜ਼ਰੂਰੀ ਹੈ। ਸਿੱਖਿਆ ਦਾ ਮਤਲਬ ਇਹ ਹੈ ਮੇਰਾ ਕਹਿਣ ਦਾ ਵੀ ਲੋਕਾਂ ਨੂੰ ਨੌਲੇਜ ਹੈ ਨਹੀਂਗਾ। ਠੀਕ ਹੈ, ਕੁਝ ਲੋਕ ਅਨਪੜ੍ਹ ਹੈ ਲੇਕਿਨ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ। ਤੇ ਮੈਂ ਕਿ ਜੇ ਮਤਲਬ ਮਨਰੇਗਾ ਦੀ ਮੇਟ ਹੈ ਨਾ, ਮੇਟ ਅਗਰ ਉਹਨੂੰ ਪੁੱਛਦੇ ਆਪਾਂ ਵੀ ਇਹਦੇ ਅੰਦਰ ਸਾਨੂੰ ਮਿਸਟੋਲ ਦਿਖਾ ਦਿਓ ਤਾਂ ਮਿਸਟੋਲ ਵੀ ਨਹੀਂ ਦਿਖਾਇਆ ਜਾ ਰਿਹਾ। ਤਾਂ ਇਹਦੀ ਵਜ੍ਹਾ ਕੀ ਹੈ? ਮੈਂ ਪੰਚਾਇਤ ਦਾ ਮੁਖੀਆ ਤਾਂ ਮੇਰੇ ਤੋਂ ਕੁਝ ਵੀ ਚੀਜ਼ ਪੁੱਛੋ। बिल्कुल सही है, ठीक है, तो पारदर्शिता होनी चाहिए है। ਹਾਂਜੀ ਤਾਂ ਆਪਣਾ ਇਹ ਖੁੱਲਾ ਹੈ ਮਤਲਬ ਦੱਸਿਆ ਗਿਆ ਹੈ। ਅਗਰ ਕੋਈ ਵੀ ਬੰਦਾ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਤਾਂ ਉਹਨੂੰ ਕੋਈ ਦਿੱਕਤ ਵਾਲੀ ਗੱਲ और ਨਹੀਂ। आम जनता ਨੂੰ ਅਧਿਕਾਰ ਹੈ ਜਾਣਕਾਰੀ ਲੈਣ ਦਾ ਅਧਿਕਾਰ ਹੈ ਲੇਕਿਨ ਫਿਰ ਵੀ ਉਹਨਾਂ ਤੋਂ ਛੁਪਾਇਆ ਜਾਂਦਾ ਕਿਉਂਕਿ ਉਹ ਉਹਨਾਂ ਦੀ ਸੋਚ ਹੈ ਕਿ ਉਹ ਜਿਹੜਾ ਚੀਜ਼ ਹੈ ਢਕੀ ਰਵੇ। ਹਾਂ ਅਗਰ ਸਾਹਮਣੇ ਆ ਗਈ ਤਾਂ ਪਤਾ ਚੱਲ ਜੂਗਾ ਉਹਨੂੰ, ਪਤਾ ਚੱਲ ਜੂਗਾ। ਆਪਦੇ ਅਧਿਕਾਰਾਂ ਦਾ ਪਤਾ ਚੱਲ ਜੂਗਾ ਅਧਿਕਾਰਾਂ ਦਾ ਪਤਾ ਚੱਲ ਤੇ ਜੂਗਾ। ਅਧਿਕਾਰਾਂ ਦਾ ਪਤਾ ਚੱਲ ਗਿਆ ਤਾਂ ਸ਼ਿਕਾਇਤ ਕਰੂਗਾ, ਸ਼ਿਕਾਇਤ ਕਰੂਗਾ। ਬਸ ਆਹੀ ਚੀਜ਼ ਹੈ ਵੀ ਅਗਰ ਸਰਪੰਚ ਬਣੇ ਬਾਅਦ ਇਹ ਗੱਲਾਂ ਜਿਹੜੀ ਹੈ ਤੁਸੀਂ ਵੀ ਗੋਲ ਕਰਦੇ ਹੋ ਭੁੱਲ ਜਾਓ ਕਿਉਂਕਿ ਜਦੋਂ ਪਦ ਹੈ ਨਾ ਜਿਹੜਾ ਪਦ ਜਦੋਂ ਸਿਰ 'ਚ ਪਗੜੀ ਆਂਦੀ ਹੈ ਗਲੇ 'ਚ ਮਾਲਾ ਲੋਕ ਪਹਿਰਾਉਂਦੇ ਆ ਸਰਪੰਚ ਸਾਫ ਕਰਦੇ ਆ ਤੇ ਗੱਡੀਆਂ 'ਚ ਘੁੰਮਦੇ ਆ ਉਦੋਂ ਫਿਰ ਇਹ ਚੀਜ਼ਾਂ ਹੈ ਨਾ ਇਹ ਸਾਰੀਆਂ ਬਾਹਰ ਨਿਕਲ ਜਾਂਦੀ ਹੈ। निकल जाती है। पंजे उंगलियां एको ही नमस्कार, चुनावी बिगुल बज चुका है और पंचायत राज चुनाव को लेकर अब सरगर्मियां तेज हो चुकी है। गांव-गांव, गली-गली, चौक-चौराहों पर सरपंच चुनाव को लेकर अब चर्चाएं शुरू हो चुकी है और इसी दौड़ में आज हम पहुंचे हैं ग्राम पंचायत नोडीडी जो कि नई पंचायत बनी है और इस नई पंचायत का मुखिया कौन होगा, किसके हाथ में नोडीडी की जनता जो है वो कमान सौंपेगी, यही हम जानने के लिए आज पहुंचे हैं क्योंकि नोडीडी में इन दिनों एक चेहरा, एक युवा चेहरा बड़ा ही चर्चित नजर आ रहा है। युवाओं के साथ साथ सर्व समाज के बीच में ये चेहरा लगातार जनसंपर्क कर रहा है। मेरे साथ मौजूद है सुखदीप सिंह घारू। सुखदीप सिंह जी, सारे तो पहला स्वागत है थोड़ा। हाँ जी, स्वागत, नमस्कार। ਸੁਖਦੀਪ ਸਿੰਘ ਜੀ, ਪੰਚਾਇਤ ਦੇ ਚੁਣਾਵ ਆ ਗਏ। ਅਸੀਂ ਪਿੰਡ 'ਚ ਸੁਣਿਆ ਵੀ ਤੁਸੀਂ ਚੁਣਾਵ ਲੜ ਰਹੇ ਹੋ। हाँ जी, बिल्कुल लड़ रहे हैं। ਖੁਦ ਦਾ ਮਨ ਹੈ ਜਾਂ ਫਿਰ ਲੋਕਾਂ ਨੇ ਕਿਹਾ ਹੈਗਾ? जी सारे ਦੇ ਕਹਿਣੇ ਤੇ ਹੀ ਹੈ। ਸਾਰੇ ਲੋਕ ਕਹਿ ਰਹੇ ਆ ਵੀ ਚੁਣਾਵ ਲੜੋ। बिल्कुल। ਤਾਂ ਪਹਿਲੇ ਕੋਈ ਰਾਜਨੀਤੀ 'ਚ ਤੁਸੀਂ ਰਹੇ ਹੋ? नहीं पहले नहीं रहे। ਪਹਿਲਾ ਚੁਣਾਵ ਹੈ? हाँ जी, बिल्कुल पहला चुनाव। ਪਹਿਲਾ ਚੁਣਾਵ ਹੈ ਤਾਂ ਕਿਵੇਂ ਮਨ ਬਣਾਇਆ, ਕੀ ਲੱਗਦਾ ਹੈ ਕਿਹੋ ਜਿਹਾ ਚੁਣਾਵ? मन बनाया तो देखो ਇਹਦੇ 'ਚ ਇਹ ਸਿਸਟਮ ਹੈ ਕਿ ਜੋ ਵੀ ਰੋਡਾਂ ਪਹਿਲੇ ਬਣੀਆਂ ਹੋਈਆਂ ਇਹਨਾਂ 'ਚ ਤੇ ਵਾਟਰ ਵਰਕਸ ਦਾ ਕੰਮ ਹੈ ਜਾਂ ਕਈ ਚੀਜ਼ਾਂ ਹੋਰ ਵੀ, ਲੇਕਿਨ ਸਟਾਰਟਿੰਗ ਇਸ ਜਗ੍ਹਾ ਤੋਂ ਹੋਈ ਸੀ ਕਿ ਆਪਣੇ ਇਹਦਾ ਨਾਮ ਕੀ ਹੈ। ਮੈਨੂੰ ਇਹ ਗੱਲ ਕਹੀ ਗਈ ਸੀ, ਮੈਂ ਕਿਹਾ ਵੀ ਆਪਾਂ ਹਾਂ ਬਿਲਕੁਲ ਸੁਖਦੀਪ ਸਿੰਘ ਜੀ, ਵੀ ਕਿਵੇਂ ਆ ਗੱਲ ਚੱਲੀ, ਕਿਵੇਂ ਤਿਆਰੀ ਤੁਸੀਂ ਕੀਤੀ ਆ ਦੱਸੋ। ਇਹਦਾ ਹੀ ਰੀਜਨ ਸੀ ਆ ਕਿ ਪਹਿਲੇ ਮੈਂ ਇਹ ਗੱਲ ਕਹੀ ਸੀ ਆਪਣੇ ਪਿੰਡ ਦੇ ਵਿੱਚ, ਮੈਂ ਕਿਹਾ ਵੀ ਮੈਂ ਚੁਣਾਵ ਲੜਨ ਦੀ ਇੱਛਾ ਹੈ ਤੇ ਮੈਂ ਕਿਹਾ ਵੀ ਇਤਕੇ ਵਾਲੇ ਕਿਹੜੇ ਸਾਨੂੰ ਮੌਕਾ ਦਿੱਤਾ ਜਾਵੇ। ਠੀਕ ਹੈ। ਤਾਂ ਮੈਨੂੰ ਇਹ ਗੱਲ ਕਹੀ ਗਈ, ਕਹਿੰਦੇ ਵੀ ਇਹਦਾ ਨਾਮ ਕੀ ਹੈ, ਤੂੰ ਚੁਣਾਵ ਲੜਨ ਦੀ ਤਿਆਰੀ ਕਰਦਾ ਹੈ, ਤੂੰ ਚੁਣਾਵ ਲੜਨਾ ਚਾਹੁੰਦਾ, ਤੇਰੇ ਕੋਲ ਪੈਸਾ ਹੋਣਾ ਚਾਹੀਦਾ। 25 ਲੱਖ ਲੱਗ ਜੂਗਾ, 50 ਲੱਖ ਲੱਗ ਜੂਗਾ। ਅੱਛਾ। ਹਾਂਜੀ, ਤਾਂ ਮੈਂ ਇਹ ਗੱਲ ਕੀ, ਮੈਂ ਕਿਹਾ ਵੀ
50 ਲੱਖ ਰੁਪਇਆ ਲੱਗ ਜੂਗਾ। ਮੈਂ ਕਿਹਾ ਤੁਸੀਂ ਮੈਨੂੰ ਵੋਟ ਫਰੀ ਚ ਦੋਗੇ ਜਾਂ ਪੈਸੇ ਲੈ ਕੇ ਦੋਗੇ? ਠੀਕ ਹੈ, ਪੈਸੇ ਵਾਲਾ ਝੰਜਟ ਨਿਬੜ ਗਿਆ। ਅਗਰ ਤੁਸੀਂ ਪੈਸੇ ਮੰਗੋਗੇ ਹਾਂ ਤਾਂ ਫਿਰ ਤਾਂ ਪੈਸੇ ਲੱਗਣਗੇ, ਹਾਂ, ਤੇ ਜੇ ਤੁਸੀਂ ਵੋਟ ਮੈਨੂੰ ਫਰੀ ਦਿੰਦੇ ਆ ਤਾਂ ਫਿਰ ਪੈਸਾ ਫਿਰ ਗੱਡੀਆਂ ਵਾਲਾ ਇਹਨਾਂ ਮਾੜਾ ਮੋਟਾ ਤਾਂ ਲੱਗਦਾ ਹੀ ਹੈ। ਨਹੀਂ ਬਹੁਤ ਫਿਰ ਬੜੀ 25-50 ਲੱਖ ਵਾਲੀ ਕਿਹੜੀ ਗੱਲ ਹੋਗੀ? 25-50 ਲੱਖ ਰੁਪਏ ਵਾਲਾ ਤਾਂ ਕੋਈ ਮੈਟਰ ਹੀ ਨਹੀਂ ਨਹੀਂ ਰਿਹਾ। ਨਹੀਂ ਨਹੀਂ ਸੁਖਦੀਪ ਉਸ ਸਿੰਘ ਤੋਂ ਜੀ, ਬਾਅਦ ਇਹ ਗੱਲ ਕਹੀ ਗਈ ਵੀ ਤੂੰ ਮਿਸਤਰੀ ਬੰਦਾ ਹੈ, ਹਾਂ ਚਿਣਾਈ ਕਰਦਾ ਹੈ, ਤੇਰੇ ਹਾਂ। 2 ਲੜਕੀਆਂ ਹਾਂ ਤਾਂ ਹਾਂ, ਤੂੰ ਚੁਣਾਵ ਲੜਨਾ ਚਾਹੁੰਦਾ ਹੈ ਤਾਂ ਵੀ ਪੈਸਾ ਬਹੁਤ ਲੱਗਦਾ ਹੈ ਤੇ ਤੇਰੀ ਹੈਸੀਅਤ ਦੇਖ ਕੇ ਚੁਣਾਵ ਲੜਨ ਦੀ ਕੋਸ਼ਿਸ਼ ਕਰ। ਤਾਂ ਮੈਂ ਕਿਹਾ ਵੀ ਹੈਸੀਅਤ ਇਸ ਡਿਪੈਂਡ ਨਹੀਂ ਕਰਦੀ। ਨਹੀਂ ਨਹੀਂ ਠੀਕ ਹੈ, ਬਿਲਕੁਲ right ਹੈ। ਚੁਣਾਵ ਲੜਨਾ ਹੈ, ਆਪਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ, ਲੇਕਿਨ ਇਹ ਗੱਲ ਦਬਾਇਆ ਨਾ ਜਾਵੇ ਸਾਨੂੰ। ਠੀਕ ਹੈ, ਉਸ ਤੋਂ ਬਾਅਦ ਐਵੇਂ ਕਹਿੰਦੇ ਵੀ ਇਹਦਾ ਨਾਮ ਕੀ ਹੈ, ਇੱਕ ਮਿਸਤਰੀ ਬੰਦਾ ਹੈ, ਅਗਰ ਤੈਨੂੰ ਬਣਾ ਦਈਏ ਤਾਂ ਤੂੰ ਮਤਲਬ ਪੰਚਾਇਤ ਸਾਂਭ ਲੇਗਾ। ਹਾਂ ਬਈ ਕਿਵੇਂ ਸੰਭੂਗਾ ਬੱਚਾ? ਕਿਵੇਂ ਸੰਭੂਗਾ? ਤਾਂ ਮੈਂ ਕਿਹਾ ਵੀ ਅਗਰ ਚਾਹ ਵੇਚਣ ਵਾਲਾ ਬੰਦਾ ਦੇਸ਼ ਸਾਂਭ ਸਕਦਾ ਹੈ ਤਾਂ ਫਿਰ ਅਸੀਂ ਮਿਸਤਰੀ ਬੰਦਾ ਦੀ ਕੀ ਗੱਲ ਹੈ? ਵਾਹ ਯਾਰ ਕੀ ਬਾਤ ਹੈ ਦੀਪ ਸਿੰਘ ਸੁਖਦੀਪ ਸਿੰਘ ਜੀ, ਹਾਂਜੀ ਬੜੀ ਤਗੜੀ ਗੱਲ ਕਹੀ ਹੈ ਤੇ ਇੱਕਦਮ ਟਣਕਾ ਕੇ ਗੱਲ ਕਹੀ ਹੈ ਵੀ ਜਦੋਂ ਚਾਹ ਵੇਚਣ ਵਾਲਾ ਬੰਦਾ ਹਾਂਜੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਹਾਂਜੀ ਤਾਂ ਫਿਰ ਸੁਖਦੀਪ ਸਿੰਘ ਜਿਹੜੀ ਕੰਡੀ ਚਲਾ ਕੇ ਉਹ ਸਰਪੰਚ ਕਿਉਂ ਨਹੀਂ ਬਣ ਸਕਦਾ? ਕਿਉਂ ਨਹੀਂ ਬਣ ਸਕਦਾ? ਸਿੱਖਿਆ ਹੋਣੀ ਚਾਹੀਦੀ ਹੈ, ਸਿੱਖਿਆ ਹੋਣੀ ਪੜ੍ਹਾਈ ਚਾਹੀਦੀ ਲਿਖਾਈ ਹੋਣੀ ਚਾਹੀਦੀ ਹੈ, ਨੌਲੇਜ ਹੋਣਾ ਚਾਹੀਦਾ ਹੈ। ਫਿਰ ਇਹ ਗੱਲ ਤੇ ਦਬਾਇਆ ਜਾ ਰਿਹਾ ਹੈ। ਕੁਝ ਬੰਦੇ ਹੈ ਮਤਲਬ ਆਪਾਂ ਸਪਸ਼ਟ ਕੋਈ ਦਿੱਕਤ ਨਹੀਂ, ਅਗਰ ਕੋਈ ਪੁੱਛਣਾ ਚਾਹਵੇ ਤਾਂ ਆਪਾਂ ਦੱਸਾਂਗੇ। ਨਹੀਂ ਉਹ ਤਾਂ ਦੇਖੋ ਨਹੀਂ ਇੱਕ ਗੱਲ ਹਰ ਪ੍ਰਕਾਰ ਦੇ ਲੋਕ ਹੁੰਦੇ ਆ, ਹਰ ਪ੍ਰਕਾਰ ਦੀ ਸੋਚ ਹੁੰਦੀ ਹੈ, ਸੋਚ ਹੁੰਦੀ ਹੈ, ਲੇਕਿਨ ਤੁਹਾਡੇ ਜਜ਼ਬੇ ਨੂੰ ਸਲਾਮ ਹੈ, ਤੁਹਾਡੇ ਮਤਲਬ ਜਿਹੜਾ ਤੁਸੀਂ ਹੌਸਲਾ ਕੀਤਾ ਉਹਨੂੰ ਸਲਾਮ ਹੈ। ਹਾਂਜੀ ਬਾਕੀ ਪੈਸਿਆਂ ਤੋਂ ਅਗਰ ਸਾਰੀ ਚੀਜ਼ਾਂ ਸੁਖਦੀਪ ਸਿੰਘ ਜੀ ਮਿਲਦੀ ਨਾ ਹੂੰ ਤਾਂ ਲੋਕ ਇੰਨੇ ਕਰੋੜਪਤੀ ਅਰਬਪਤੀ ਬੈਠੇ ਹੋ, ਆਪਣੀ ਇੱਕ ਇੱਕ ਸਾਹ ਹੈ ਨਾ ਉਹਦਾ ਮੁੱਲ ਪਾ ਦਿੰਦੇ। ਮਿਲ ਪਾਉਂਦੇ ਬਿਲਕੁਲ ਪੈਸਿਆਂ ਤੋਂ ਕੋਈ ਚੀਜ਼ਾਂ ਨਹੀਂ ਮਿਲਦੀਆਂ। ਨਹੀਂ ਮਿਲਦਾ। ਅੱਜ ਮੈਂ ਦੇਖਿਆ ਇਹੋ ਜਿਹੇ ਲੋਕ ਹੈ ਜਿਨ੍ਹਾਂ ਨੂੰ 20 20 25 25 ਸਾਲ ਹੋ ਗਏ ਤੇ ਇਹੋ ਜਿਹੇ ਲੋਕ ਹੈ ਜਿਹੜੇ ਕੋਲ ਪੈਸਿਆਂ ਦੀ ਕਮੀ ਨਹੀਂ, ਲੇਕਿਨ ਅੱਜ ਤੱਕ ਉਹ ਕਦੇ ਸਰਪੰਚ ਨਹੀਂ ਬਣ ਸਕੇ। ਨਹੀਂ ਬਣ ਸਕੇ। ਫਿਰ ਇਸ ਗੱਲ ਤੇ ਅਖੇ ਵੀ ਤੇਰੀ ਚਲਬਲ ਹੈ ਨਹੀਂ, ਹਾਂ। ਥਾਣੇ 'ਚ ਹੈ ਨਹੀਂ, ਕਲੈਕਟਰ ਹੈ ਨਹੀਂ, ਐਸਡੀਐਮ ਨਾਲ ਵਾਹ ਦੀ ਵਾਹ। ਮੈਂ ਕਿਹਾ ਵੀ ਮੇਰੀ ਗੱਲ ਸੁਣੋ, ਇਹ ਚੀਜ਼ਾਂ ਮੈਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਗੀ। ਜਦੋਂ 2800 ਵੋਟ ਦਾ ਮੈਂ ਮੁਖੀਆ ਬਣ ਗਿਆ ਹਾਂ ਉਸ ਤੋਂ ਬਾਅਦ ਮੇਰੀ ਕਲੈਕਟਰ ਨਾਲ ਸੁਣੂਗਾ। ਸਹੀ ਗੱਲ ਹੈ। ਫਿਰ ਚਲਬਲ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੰਦਿਆਂ ਦੀ ਪਹਿਲੇ ਚਲਬਲ ਹੈ, ਹਾਂ ਜਿਵੇਂ ਥਾਣੇ 'ਚ ਹੈ ਜਾਂ ਕਲੈਕਟਰ ਨਾਲ ਜਾਣਕਾਰੀ ਹੈ, ਤਾਂ ਫਿਰ ਉਹੀ ਇਲੈਕਸ਼ਨ ਲੜ ਸਕਦੇ ਆ। ਅਸੀਂ ਨਹੀਂ ਲੜ ਸਕਦੇ, ਸਾਡੀ ਜਾਣਕਾਰੀ ਨਹੀਂ ਤਾਂ। ਬਈ ਪਹਿਲਾਂ ਚਲਵਲ ਕਰਾਉਣ ਵਾਲਾ ਬਣਾਓ ਤਾਂ ਸਹੀ। ਜਦੋਂ ਚਲਵਲ ਕਰਾਉਣ ਵਾਲਾ ਨੇ ਜਨਤਾ ਨੇ ਬਣਾਤਾ ਤਾਂ ਚਲਵਲ ਤਾਂ ਆਪੇ ਹੋ ਜੂਗੀ, ਆਪੇ ਹੋ ਜੂਗੀ। ਥਾਣੇ ਵਾਲੇ ਵੀ ਸੁਣਨਗੇ, ਬਿਲਕੁਲ ਕਲੈਕਟਰ ਵੀ ਸੁਣਨਗੇ, ਹਾਂਜੀ ਮੰਤਰੀ ਵੀ ਇੱਥੇ ਆਣਗੇ। ਹਾਂਜੀ ਜਦੋਂ ਮੰਤਰੀਆਂ ਦਾ ਪ੍ਰੋਗਰਾਮ ਆਊਗਾ, ਬਜਟ ਆਊਗਾ ਤਾਂ ਮੰਤਰੀ ਵੀ ਕਹਿਣਗੇ ਵੀ ਸਰਪੰਚ ਸਾਹਿਬ ਸਾਡਾ ਪ੍ਰੋਗਰਾਮ ਕਰਾਓ। ਸਹੀ ਹੈ, ਲੇਕਿਨ ਇਹ ਹੈ ਵੀ ਅਗਰ ਕੋਈ ਨਾਰਮਲ ਬੰਦਾ ਕੋਈ ਸਟਾਰਟਿੰਗ ਕਰਦਾ ਨਾ ਤਾਂ ਉਹਨੂੰ ਦਬਾਇਆ ਨਹੀਂ ਜਾਣਾ ਚਾਹੀਦਾ। ਇਹ ਗੱਲ ਗਲਤ ਹੈ। ਤਾਂ ਮਤਲਬ ਅਗਰ ਮੈਂ ਕੋਸ਼ਿਸ਼ ਕਰ ਰਿਹਾ ਤਾਂ ਮੈਨੂੰ ਅੱਗੇ ਤਾਈਂ ਜਾਣ ਦਿਓ, ਬਹੁਤ ਕੁਝ ਸਿੱਖਣ ਨੂੰ ਮਿਲੀ ਜਾਂਦਾ ਹੈ ਤੇ ਇਹੋ ਜੀ ਗੱਲ ਨਹੀਂ, ਨੋ ਟੈਨਸ਼ਨ। ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੈ, ਜੋ ਵੀ ਕੋਈ ਨਾਲ ਜੁੜੇ ਬੜੀ ਗੱਲ। ਠੀਕ ਹੈ। ਨਹੀਂ ਕਈ ਵਾਰ ਕੀ ਹੁੰਦਾ ਹੈ ਸੁਖਦੀਪ ਸਿੰਘ ਜੀ, ਉਹ ਵੀ ਸੁਭਚਿੰਤਕ ਹੀ ਹੁੰਦੇ ਆ। ਹਾਂਜੀ ਜਿਹੜੇ ਮਤਲਬ ਇੱਕ ਰਾਏ ਦਿੰਦੇ ਆ, ਹਾਂ ਬਿਲਕੁਲ, ਉਹਨਾਂ ਨੂੰ ਹਰ ਐਂਗਲ ਨਾਲ ਦੇਖਦੇ ਆ ਹਾਂਜੀ ਵੀ ਯਾਰ ਇਹ ਮਿਸਤਰੀ ਬੰਦਾ ਕਿਵੇਂ ਪਾਰ ਨਿਕਾਲੂਗਾ ਜਾਂ ਕਿਵੇਂ ਐਡਜਸਟ ਕਰੂਗਾ, ਕਿਉਂਕਿ ਸੁਭਚਿੰਤਕ ਹੋਣ ਦੇ ਕਈ ਨਜ਼ਰੀਏ ਹੁੰਦੇ ਆ। ਹਾਂਜੀ ਲੇਕਿਨ ਹੁਣ ਜਦੋਂ ਮਨ 'ਚ ਇੱਛਾ ਆ ਜਾਂਦੀ ਹੈ, ਹੁਣ ਤੁਹਾਡੇ ਕਿਤੇ ਨਾ ਕਿਤੇ ਤੁਹਾਡੀ ਆਪ ਦੀ ਇੱਛਾ ਹੋਣੀ ਵੀ ਮੈਂ ਚੁਣਾਵ ਲੜਨਾ ਹੈ। ਹਾਂਜੀ ਬਿਲਕੁਲ ਠੀਕ ਹੈ, ਤਾਂ ਫਿਰ ਮਤਲਬ ਜਦੋਂ ਇੱਛਾ ਹੋਗੀ ਤਾਂ ਚੁਣਾਵ ਤਾਂ ਕੋਈ ਜ਼ਰੂਰ ਥੋੜੀ ਹੈ ਵੀ ਸਾਰੇ ਅਮੀਰ ਲੋਕ ਹੀ ਜਿੱਤਦੇ ਹੈ। ਹਾਂਜੀ ਬਹੁਤ ਸਾਮਾन्य ਲੋਕ ਨੌਜਵਾਨ ਜਿਹੜੇ ਹੈ ਉਹ ਵੀ ਆ ਕੇ ਹੁਣ ਅੱਜ ਵਿਨੋਦ ਜਾਖੜ ਹੈ, ਹਾਂਜੀ ਜਾਣਦੇ ਵਿਨੋਦ ਜਾਖੜ ਨੂੰ? ਹਾਂਜੀ NSUI ਦਾ ਅੱਜ ਰਾਸ਼ਟਰੀ ਅਧਿਕਸ਼ ਬਣ ਗਿਆ। ਠੀਕ ਹੈ, ਬਿਲਕੁਲ ਗਰੀਬ ਪਰਿਵਾਰ ਤੋਂ ਆਇਆ ਸੀ ਉਹ ਤੇ ਇੱਕ ਟਾਈਮ ਸੀਗਾ ਉਹਨੂੰ NSUI ਦੀ ਉਹਨੂੰ ਟਿਕਟ ਨਹੀਂ ਦਿੱਤੀ। ਹਾਂਜੀ ਠੀਕ ਹੈ, ਠੀਕ ਹੈ, ਤੇ ਕਿਰਾਏ ਦੀ ਜੀਪ ਲੈ ਕੇ ਉਹ ਚੁਣਾਵ ਲੜਦਾ ਸੀ। ਹਾਂਜੀ ਅੱਜ ਪੂਰੇ ਰਾਸ਼ਟਰ ਦਾ, ਪੂਰੇ ਭਾਰਤ ਦਾ NSUI ਦਾ ਰਾਸ਼ਟਰੀ ਅਧਿਕਸ਼ ਬਣ ਗਿਆ। ਸਹੀ। ਅੱਛਾ ਫਿਰ ਇੱਕ ਗੱਲ ਦੱਸੋ ਸੁਖਦੇਵ ਸਿੰਘ ਜੀ, ਚਲੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਮਤਲਬ ਕੀ ਵਿਕਾਸ ਕਰੇ ਮਾਈਂਡ 'ਚ ਲੈ ਕੇ ਚੱਲ ਰਹੇ ਹੋ? ਯਦੀ ਤੁਸੀਂ ਸਰਪੰਚ ਬਣ ਗਏ ਤਾਂ ਕੀ ਤੁਹਾਨੂੰ ਲੱਗਦਾ ਪਿੰਡ 'ਚ ਕਮੀਆਂ? ਉਵੇਂ ਤਾਂ ਕਿ ਨਈ ਪੰਚਾਇਤ ਬਣੂਗੀ, ਸਾਰਾ ਕੁਝ ਕਮੀਆਂ ਹੀ ਹੈ। ਸਾਰਾ ਕੁਝ ਕਮੀਆਂ ਹੀ ਹੈ, ਸਾਰੀਆਂ ਚੀਜ਼ਾਂ ਨਵੀਆਂ ਹੀ ਬਣਨੀਆਂ। ਹਾਂ ਲੇਕਿਨ ਇਹਦੇ ਅੰਦਰ ਇਹ ਚੀਜ਼ ਹੈ ਵੀ ਸਭ ਤੋਂ ਪਹਿਲੇ ਵਿਕਾਸ ਵਾਲਾ ਕੰਮ ਤਾਂ ਹੈ ਹੀ ਹੈ। ਉਹ ਤਾਂ ਆਪਾਂ ਜੋ ਵੀ ਦੇਖੋ ਯੋਜਨਾ ਆਣੀ ਹੈ, ਜੋ ਕੁਝ ਵੀ ਸਿਸਟਮ ਹੈ, ਉਹਨੂੰ ਆਪਾਂ ਕਰਨਾ ਹੀ ਕਰਨਾ। ਲੇਕਿਨ ਆਪਣੇ ਇਹ ਨਹੀਂਗਾ ਦਿਮਾਗ ਦੇ ਅੰਦਰ ਕਿ ਮੈਂ ਅੱਜ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਤੇ ਆਪਣੇ ਇਹ ਦਿਮਾਗ ਦੇ ਅੰਦਰ ਨਹੀਂ ਆਪਾਂ ਕੋਈ ਦਾਵਾ ਕਰਦੇ ਆਪਾਂ ਐ ਕਰਦੇ ਆ ਉਹ ਕਰਦੇ, ਉਹ ਤਾਂ ਕਰਕੇ ਦਿਖਾਵਾਂਗੇ, ਉਹਦਾ ਆਪੇ ਪਤਾ ਚੱਲ ਜੂਗਾ। ਵਾਹ ਜੀ ਵਾਹ। ਠੀਕ ਹੈ, ਇਹ ਫालतू ਗੱਲ ਹੈ ਵੀ ਆਪਾਂ ਐਵੇਂ ਕਰਦੇ ਆਂ, ਬਾਅਦ ਚ ਫਿਰ ਉਸ ਤੇ ਆਬਜੈਕਸ਼ਨ ਉੱਠਦਾ ਇਹਨੇ ਕੀਤਾ ਨਹੀਂਗਾ। ਕੱਲ ਨੂੰ ਇਹੋ ਜੀ ਗੱਲ ਵੀ ਨਹੀਂ ਆਂਦੀ, ਆਪਾਂ ਕਰਕੇ ਦਿਖਾਵਾਂਗੇ, ਆਪੇ ਪਤਾ ਲੱਗ ਜੂ। ਅੱਜ ਮੈਂ ਇਹ ਗੱਲ ਨਹੀਂ ਕਹਿੰਦਾ ਮੇਰੇ ਮੂੰਹ ਤੋਂ, ਕਦੇ ਵੀ ਆਪਣੇ ਇੱਥੇ ਪੁੱਛ ਸਕਦੇ ਆ ਨੇੜੇ ਤੇੜੇ ਵੀ ਮੈਂ ਅੱਜ ਬਿਲਡਿੰਗ ਬਣਾਉਣ ਦਾ ਕੰਮ ਕਰਦਾ, ਮੈਂ ਕਦੇ ਵੀ ਇਹ ਨਹੀਂ ਕਹਿੰਦਾ ਮੈਂ ਐਵੇਂ ਕਰ ਦੂੰਗਾ। ਠੀਕ ਹੈ, ਮੈਂ ਕਦੇ ਮੈਂ ਕਰੂੰਗਾ ਤੇ ਕਰਿਆ ਹੋਇਆ ਵੇਖ ਲਓ। ਵਾਹ ਜੀ ਵਾਹ। ਪਰ ਇਹ ਮੈਨੂੰ ਕਰਨ ਦਾ ਮੌਕਾ ਮਿਲੂਗਾ ਤੇ ਆਪੇ ਵੇਖ। ਹਾਂ ਵੀ ਜਦੋਂ ਬਈ ਅੱਜ ਜਨਤਾ ਮੌਕਾ ਦੇਊਗੀ ਤੁਹਾਨੂੰ, ਹਾਂਜੀ ਤਾਂ ਹੀ ਤੁਸੀਂ ਕੁਝ ਕਰੋਗੇ। ਸਹੀ ਕਰਾਂਗੇ ਬਿਲਕੁਲ। ਤੇ ਅੱਜ ਮੰਨ ਲਿਓ ਤੁਹਾਡੇ ਪੂਰਵ ਸਰਪੰਚ ਰਹੇ ਬੁੱਲਰ ਪਰਿਵਾਰ ਤੋਂ ਜਗਦੀਸ਼ ਜੈਪਾਲ ਸਰਪੰਚ ਹੈ,
और भी बहुत से सरपंच है उन्होंने ਜਦੋਂ जनता ने चुनिया ਤਾਂ ਹੀ ਤਾਂ ਉਹਨਾਂ ਨੇ ਕੁਝ ਕੀਤਾ ਹੈ ਸਹੀ ਕੀਤਾ ਜਦੋਂ ਉਹਨੂੰ ਚੁਣਨਗੇ ਹੀ ਨਹੀਂ ਫਿਰ ਉਹ ਕਰੂਗਾ ਕੀ ਬਿਲਕੁਲ ਅੱਛਾ ਇਹਦੇ ਇਲਾਵਾ ਤਾਂ ਆਪਣੇ ਸੁਖਦੀਪ ਸਿੰਘ ਦੀ ਗੱਲ ਕਰੀਏ ਤਾਂ ਪਿੰਡ ਦੀ ਸਮੱਸਿਆ ਕੀ ਹੈ ਇਸ ਟਾਈਮ ਪਿੰਡ ਦੀ ਸਮੱਸਿਆ ਤਾਂ ਦੇਖੋ ਬਹੁਤ ਸਾਰੀਆਂ ਪਹਿਲੇ ਤੇ ਗਲੀਆਂ ਵਾਲੀਆਂ ਬਾਕੀ ਰੋਡ ਵਾਲੀ ਹੈ ਲਗਭਗ ਹੋਰ ਵੀ ਬਹੁਤ ਹੈ ਲੇਕਿਨ ਆਪਾਂ ਤਾਂ ਛੋਟੀ ਜੀ ਗੱਲ ਕਰਦੇ ਆਂ ਵੀ ਸਿੱਖਿਆ ਜ਼ਰੂਰੀ ਹੈ ਸਿੱਖਿਆ ਦਾ ਮਤਲਬ ਇਹ ਹੈ ਮੇਰਾ ਕਹਿਣ ਦਾ ਵੀ ਲੋਕਾਂ ਨੂੰ ਨੌਲੇਜ ਹੈ ਨਹੀਂਗਾ ਠੀਕ ਹੈ ਕੁਝ ਲੋਕ ਅਨਪੜ੍ਹ ਹੈ ਲੇਕਿਨ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਆਪਣੇ ਕੀ ਸਿਸਟਮ ਹੈ ਕਿ ਜੇ ਮਤਲਬ ਮਨਰੇਗਾ ਦੀ ਮੇਟ ਹੈ ਨਾ ਮੇਟ ਅਗਰ ਉਹਨੂੰ ਪੁੱਛਦੇ ਆਪਾਂ ਵੀ ਇਹਦੇ ਅੰਦਰ ਸਾਨੂੰ ਮਿਸਟੋਲ ਦਿਖਾ ਦਿਓ ਤਾਂ ਮਿਸਟੋਲ ਵੀ ਨਹੀਂ ਦਿਖਾਇਆ ਜਾ ਰਿਹਾ ਤਾਂ ਇਹਦੀ ਵਜ੍ਹਾ ਕੀ ਹੈ ਕਿ ਅੱਜ ਮੇਰੇ ਕੋਲੇ ਪਾਵਰ ਹੈ ਤੇ ਮੈਂ ਪੰਚਾਇਤ ਦਾ ਮੁਖੀਆ ਤਾਂ ਮੇਰੇ ਤੋਂ ਕੁਝ ਵੀ ਚੀਜ਼ ਪੁੱਛੋ ਬਿਲਕੁਲ ਸਹੀ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਹਾਂਜੀ ਤਾਂ ਆਪਣਾ ਇਹ ਖੁੱਲਾ ਹੈ ਮਤਲਬ ਦੱਸਿਆ ਗਿਆ ਹੈ ਜੇਕਰ ਕੋਈ ਵੀ ਬੰਦਾ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਤਾਂ ਉਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਆਮ ਜਨਤਾ ਨੂੰ ਅਧਿਕਾਰ ਹੈ ਜਾਣਕਾਰੀ ਲੈਣ ਦਾ ਅਧਿਕਾਰ ਹੈ ਲੇਕਿਨ ਫਿਰ ਵੀ ਉਹਨਾਂ ਤੋਂ ਛੁਪਾਇਆ ਜਾਂਦਾ ਕਿਉਂਕਿ ਉਹਨਾਂ ਦੀ ਸੋਚ ਹੈ ਕਿ ਉਹ ਜਿਹੜਾ ਚੀਜ਼ ਹੈ ਠੱਗੀ ਰਵੇ ਹਾਂ ਅਗਰ ਸਾਹਮਣੇ ਆ ਗਈ ਤਾਂ ਪਤਾ ਚੱਲ ਜੂਗਾ ਪਤਾ ਚੱਲ ਜੂਗਾ ਆਪਦੇ ਅਧਿਕਾਰਾਂ ਦਾ ਪਤਾ ਚੱਲ ਜੂਗਾ ਤੇ ਅਧਿਕਾਰਾਂ ਦਾ ਪਤਾ ਚੱਲ ਗਿਆ ਤਾਂ ਸ਼ਿਕਾਇਤ ਕਰੂਗਾ ਬਸ ਆਹੀ ਚੀਜ਼ ਹੈ ਵੀ ਅਗਰ ਕੁਝ ਵੀ A to Z ਅਗਰ ਕੋਈ ਚੀਜ਼ ਹੈ ਨਾ ਜਾਣਕਾਰੀ ਲੈਣ ਵਾਲੀ ਤਾਂ ਆਪਾਂ ਦੱਸਣਾ ਚਾਹੁੰਦੇ ਆ ਅਲੱਗ ਤੋਂ ਗਰੁੱਪ ਬਣਾਇਆ ਜਾਵੇ ਉਹਦੇ ਅੰਦਰ ਸਾਰੀ ਅਪਡੇਟ ਪਾਈ ਜਾਵੇ ਇਹ ਨਹੀਂ ਹੈ ਵੀ ਤੁਹਾਨੂੰ ਦੱਸਤਾ ਤੁਸੀਂ ਖਾਸ ਹੈ ਤੇ ਉਹਨਾਂ ਨੂੰ ਨਾ ਦੱਸਿਆ ਜਾਵੇ ਇਹ ਜਿਹਾ ਸਿਸਟਮ ਨਹੀਂ ਹੋ ਵਾਹ ਯਾਰ ਕਿਤੇ ਐਵੇਂ ਨਾ ਹੋ ਸੁਖਦੀਪ ਸਿੰਘ ਜੀ ਸਰਪੰਚ ਬਣੇ ਬਾਅਦ ਇਹ ਗੱਲਾਂ ਜਿਹੜੀਆਂ ਤੁਸੀਂ ਵੀ ਗੋਲ ਕਰਦੇ ਹੋ ਭੁੱਲ ਜਾਓ ਕਿਉਂਕਿ ਜਦੋਂ ਪਦ ਹੈ ਨਾ ਜਿਹੜਾ ਪਦ ਜਦੋਂ ਸਿਰ 'ਚ ਪਗੜੀ ਆਂਦੀ ਹੈ ਗਲੇ 'ਚ ਮਾਲਾ ਲੋਕ ਪਹਿਰਾਉਂਦੇ ਆ ਸਰਪੰਚ ਸਾਫ ਕਰਦੇ ਆ ਤੇ ਗੱਡੀਆਂ 'ਚ ਘੁੰਮਦੇ ਆ ਉਦੋਂ ਫਿਰ ਇਹ ਚੀਜ਼ਾਂ ਹੈ ਨਾ ਇਹ ਸਾਰੀਆਂ ਬਾਹਰ ਨਿਕਲ ਜਾਂਦੀਆਂ ਪੰਜੇ ਉਂਗਲਾਂ ਇੱਕੋ ਜਿਹੀਆਂ ਕਿਤੇ ਐਵੇਂ ਤਾਂ ਨਹੀਂ ਕਿ ਤੁਸੀਂ ਬਦਲ ਜਾਓ ਨਹੀਂ ਬਦਲਣ ਵਾਲਾ ਸਿਸਟਮ ਹੈ ਨਹੀਂ ਬਦਲਣਾ ਹੁੰਦਾ ਫਿਰ ਆਪਾਂ ਨੂੰ ਜ਼ਰੂਰਤ ਹੀ ਨਹੀਂ ਚੁਣਾਵ ਲੜਨ ਦੀ ਆਪਾਂ ਵੈਸੇ ਹੀ ਬਦਲੇ ਰਹਿੰਦੇ ਵਾਹ ਜੀ ਵਾਹ ਵਾਹ ਜੀ ਵਾਲਾ ਕੋਈ ਮੈਟਰ ਹੀ ਨਹੀਂ ਸੀ ਵਾਹ ਜੀ ਵਾਹ ਸਹੀ ਗੱਲ ਹੈ ਪ੍ਰਦੀਪ ਸਿੰਘ ਜੀ ਜਿਵੇਂ ਨਸ਼ੇ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਨਸ਼ਾ ਜਿਹੜੀ ਇੱਕ ਬਿਮਾਰੀ ਬਣ ਚੁੱਕੀ ਹੈ ਤੁਹਾਡੇ ਵਰਗੇ ਮੇਰੇ ਵਰਗੇ ਨੌਜਵਾਨਾਂ ਦੇ ਅੰਦਰ ਇੱਕ ਕੋਡ ਬਣ ਗਈ ਨਸ਼ੇ ਬਾਰੇ ਤਾਂ ਇਹੀ ਚੀਜ਼ ਹੈ ਵੀ ਦੇਖੋ ਪਹਿਲੇ ਤਾਂ ਖੇਲ ਵਾਲਾ ਸਿਸਟਮ ਹੈ ਜੋ ਵੀ ਉਹਨੂੰ बढ़ावा देवांगे युवा नाल रलणगे फिर ही ਉਹਦਾ ਹੱਲ ਹੋ ਸਕਦਾ ਅਗਰ ਮੈਂ ਇਕੱਲਾ ਮੇਰੇ ਦਿਮਾਗ ਨਾਲ ਸੋਚੀ ਰੱਖਾਂ ਤਾਂ ਨਹੀਂ ਕਰ ਸਕਦਾ ਬਿਲਕੁਲ ਸਹੀ ਸਹਿਯੋਗ ਮਿਲੂਗਾ ਨਾਲ ਫੇਰ ਹੀ ਹੋਊਗਾ ਤਾਂ ਉਸ ਤੋਂ ਬਾਅਦ ਅਗਰ ਨਾਲ ਜੁੜਦੇ ਆ ਤਾਂ ਸਾਰਾ ਹੀ ਸਮਾਧਾਨ ਹੁੰਦਾ ਤੇ ਬੜੀਆ ਗੱਲ ਹੈ ਬਿਲਕੁਲ ਸੁਖਦੇਵ ਸਿੰਘ ਜੀ ਬਹੁਤ ਬੜੀਆ ਗੱਲ ਕਹਿਤੀ ਵੀ ਨਸ਼ਾ ਕੋਈ ਇਹ ਮਾਮੂਲੀ ਚੀਜ਼ ਨਹੀਂ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਪਊਗੀ ਸਾਰਿਆਂ ਨੂੰ ਇਕਜੁੱਟਤਾ ਦਿਖਾਣੀ ਪਊਗੀ ਤੇ ਮਿਲ ਜੁਲ ਕੇ ਨਸ਼ਾ ਕਰ ਕੌਣ ਰਿਹਾ ਇਹ ਆਪਣਾ ਸਮਾਜ ਹੀ ਤਾਂ ਹੈ ਕਰ ਰਿਹਾ ਤੈਨੂੰ ਦੂਰ ਵੀ ਆਪਣਾ ਸਮਾਜ ਹੀ ਕਰੂਗਾ ਸਹੀ ਹੈ ਇਹ ਤੁਸੀਂ ਬਹੁਤ ਬੜੀਆ ਗੱਲ ਕੀਤੀ ਅੱਛਾ ਸੁਖਦੇਵ ਸਿੰਘ ਜੀ ਇਹਦੇ ਇਲਾਵਾ ਜਿਵੇਂ ਗੱਲ ਕਰੀਏ ਤਾਂ ਜਿਵੇਂ ਹੁਣ ਤੁਸੀਂ ਲੋਕਾਂ 'ਚ ਜਾ ਰਹੇ ਹੋ ਤੁਹਾਡੇ ਇੱਕ ਉਗਰ ਸੁਭਾਅ ਹੈਗਾ ਤੁਹਾਡਾ ਮਤਲਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੂੰਹ ਤੇ ਸਟਿਕ ਕਹਿ ਰਹੇ ਹੋ ਹਾਲਾਂਕਿ ਚੁਣਾਵਾਂ 'ਚ ਇਹ ਚੀਜ਼ਾਂ ਬਹੁਤ ਕਮ ਦੇਖਣ ਨੂੰ ਮਿਲਦੀ ਹੈ ਲੇਕਿਨ ਤੁਸੀਂ ਤੁਹਾਡਾ ਇੱਕ ਅਲੱਗ ਸਿਸਟਮ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਦੇ ਜ਼ਰੂਰਤ ਵੀ ਹੈ ਇਹ ਨੌਜਵਾਨਾਂ ਦੀ ਜ਼ਰੂਰਤ ਵੀ ਹੈ ਕਿਉਂਕਿ ਕਲੀਅਰ ਕੱਟ ਗੱਲ ਹੋਣੀ ਚਾਹੀਦੀ ਹੈ ਬਿਲਕੁਲ ਤਾਂ ਕੀ ਕਹਿੰਦੇ ਲੋਕ ਤੁਹਾਨੂੰ ਕੀ ਕਹਿੰਦੇ ਆਹੀ ਚੀਜ਼ ਹੈ ਕਿ ਆਪਣੇ ਦਿਮਾਗ 'ਚ ਆਪਾਂ ਸੋਚ ਕੇ ਇਸੇ ਗੱਲ ਤੋਂ ਹੀ ਚੱਲੇ ਆ ਇਸੇ ਵਜ੍ਹਾ ਨਾਲ ਹੀ ਚੁਣਾਵ ਲੜ ਰਹੇ ਆ ਕਿ ਆਪਾਂ ਨੂੰ ਕੋਈ ਝਿਜਕ ਨਹੀਂ ਗਈ ਜੋ ਗੱਲ ਹੈ ਸਪਸ਼ਟ ਬੋਲ ਦੋ ਬੋਲਣ ਤੋਂ ਕਿਸ ਚੀਜ਼ ਦਾ ਡਰ ਹੈ ਕਿ ਆਪਣੇ ਕੋਲ ਇੰਨਾ ਅਧਿਕਾਰ ਵੀ ਨਹੀਂ ਆਪਾਂ ਸੱਚ ਨੂੰ ਸੱਚ ਹੀ ਨਾ ਦੱਸ ਸਕੀਏ ਫਿਰ ਆਪਣਾ ਮਤਲਬ ਕੀ ਹੋਇਆ ਬਿਲਕੁਲ ਸਹੀ ਗੱਲ ਹੈ ਅਗਰ ਕੋਈ ਵੀ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਵੀ ਮੈਂ ਚੁਣਾਵ ਲੜ ਰਿਹਾ ਤਾਂ ਹੀ ਹੈ ਅਗਰ ਕੋਈ ਆਮ ਨਾਗਰਿਕ ਹੈ ਨਾ ਤਾਂ ਉਹ ਵੀ ਇਹ ਗੱਲ ਕਹਿ ਸਕਦਾ ਵੀ ਅਗਰ ਸਹੀ ਨੂੰ ਸਹੀ ਨਾ ਕਹਿ ਸਕਿਆ ਤੇ ਗਲਤ ਨੂੰ ਗਲਤ ਨਾ ਕਹਿ ਸਕਿਆ ਤਾਂ ਉਹ ਫਿਰ ਮੂਰਖ ਹੈ ਬਿਲਕੁਲ ਸਹੀ ਗੱਲ ਹੈ ਬਸ ਆਹੀ ਸਿਸਟਮ ਹੈ ਕਿ ਆਪਾਂ ਨੂੰ ਕੋਈ ਝਿਜਕ ਨਹੀਂ ਆਪਾਂ ਨੂੰ ਕੋਈ ਡਰ ਨਹੀਂ ਹੈ ਕਿਸੇ ਤਰ੍ਹਾਂ ਦਾ ਆਪਾਂ ਜੋ ਗੱਲ ਹੈ ਸਪਸ਼ਟ ਹੀ ਕਰਨਾ ਚਾਹੁੰਦੇ ਵਾਹ ਜੀ ਖਰੀ ਚਿੱਟੀ ਕੋਈ ਦਿੱਕਤ ਨਹੀਂ ਇਹ ਕੁਆਲਿਟੀ ਕਿੱਥੋਂ ਆਈ ਤੁਹਾਡੇ ਵਿੱਚ ਮਤਲਬ ਰਾਜਨੀਤੀ ਜੀ ਤੇ ਇਹ ਚੀਜ਼ਾਂ ਤਾਂ ਮਤਲਬ ਚਲਦੀਆਂ ਹੀ ਨਹੀਂ ਗਿਆ ਖਰੀ ਕਰਨ ਵਾਲੀ ਤਾਂ ਕਿਉਂਕਿ ਜਿਹੜਾ ਖਰੀ ਕਹਿੰਦਾ ਤਾਂ ਕੰਮ ਖਰਾਬ ਹੀ ਹੋ ਜਾਂਦਾ ਕੰਮ ਖਰਾਬ ਹੀ ਹੁੰਦਾ ਫਿਰ ਸਿਸਟਮ ਹੀ ਆਈ ਹੈ ਅਗਰ ਉਹ ਖਰੀ ਕਹਿਣ ਵਾਲੇ ਆਂਦੇ ਨਹੀਂ ਖਰੀ ਗੱਲ ਦੱਸਦੇ ਨਹੀਂ ਤਾਂ ਹੀ ਤਾਂ ਸਾਰਾ ਸਿਸਟਮ ਦੇ ਅੰਦਰ ਦਿੱਕਤ ਚਲੀ ਜਾਂਦੀ ਅਗਰ ਖਰੀ ਗੱਲ ਦੱਸਣ ਤਾਂ ਫਿਰ ਦਿੱਕਤ ਆਂਦੀ ਨਹੀਂ ਠੀਕ ਹੈ ਜਦੋਂ ਮਤਲਬ ਖਰੀ ਗੱਲਾਂ ਕਹਾਂਗੇ ਤਾਂ ਕੰਮ ਵੀ ਹੋਊਗਾ ਤੇ ਅਗਲੇ ਨੂੰ ਪਤਾ ਚੱਲੂਗਾ ਪਰ ਨਾ ਤਾਂ ਕੋਈ ਖਰੀ ਗੱਲ ਸੁਣਨਾ ਚਾਹੁੰਦਾ ਹੈ ਨਾ ਪਰ ਜਦੋਂ ਕੋਈ ਸੁਣਨਾ ਹੀ ਨਹੀਂ ਚਾਹੁੰਦਾ ਤਾਂ ਖਰੀ ਗੱਲ ਕਹਿਣ ਵਾਲਾ ਵੀ ਨਹੀਂਗਾ ਲੇਕਿਨ ਹੋਣਾ ਚਾਹੀਦਾ ਹੈ ਲੇਕਿਨ ਹੌਸਲਾ ਹੀ ਹੈ ਨਹੀਂਗਾ ਗੱਲ ਕਰਨ ਤੋਂ ਝਿਜਕ ਹੈ ਮਨ ਦੇ ਅੰਦਰ ਅੱਜ ਹੁਣ ਜੇ ਮੈਨੂੰ ਪਤਾ ਵੀ ਆਹ ਕੰਮ ਹੋਇਆ ਹੋਇਆ ਠੀਕ ਹੈ ਕਾਗਜ਼ਾਂ 'ਚ ਹੋ ਗਿਆ ਅਗਰ ਇਹ ਮੈਨੂੰ ਪਤਾ ਵੀ ਇੱਥੇ ਨਹੀਂ ਹੋਇਆ ਕਾਗਜ਼ਾਂ 'ਚ ਹੋਇਆ ਹੋਇਆ ਤਾਂ ਮੈਂ ਤੇ ਆਬਜੈਕਸ਼ਨ ਹੀ ਨਹੀਂ ਉਠਾਉਂਦਾ ਬਿਲਕੁਲ ਮੈਨੂੰ ਕੀ ਜ਼ਰੂਰਤ ਹੈ ਆਪਾਂ ਕਾਹਦੇ ਵਾਸਤੇ ਸਾਹਮਣੇ ਆਈਏ ਅਗਰ ਸੱਚ ਹੈ ਤਾਂ ਸੱਚ ਬੋਲਣ ਵਾਸਤੇ ਫਿਰ ਦਿੱਕਤ ਕਿੱਥੇ ਹੈ ਬੋਲੋ ਇਗਨੋਰ ਕਰਨਾ ਗਲਤ ਗੱਲ ਹੈ ਕਿ ਮੈਨੂੰ ਪਤਾ ਹੈ ਵੀ ਆਹ ਚੀਜ਼ ਗਲਤ ਹੋਈ ਜਾਂਦੀ ਹੈ ਤੇ ਮੈਂ ਬੋਲ ਕਿਉਂ ਨਹੀਂ ਸਕਦਾ ਦਿੱਕਤ ਕਿੱਥੇ ਹੈ ਬਿਲਕੁਲ ਸੁਖਦੇਵ ਸਿੰਘ ਆਹੀ ਗੱਲ ਹੈ ਕਿ ਲੋਕ ਬੋਲਣਾ ਨਹੀਂ ਚਾਹੁੰਦੇ ਪਤਾ ਹਰ ਇੱਕ ਨੂੰ ਹੈ ਬੋਲਣਾ ਨਹੀਂ ਚਾਹੁੰਦੇ ਤੇ ਮੈਨੂੰ ਕੀ ਹੈ ਇਹ ਜਿਹੜਾ ਮਤਲਬ ਸਭ ਤੋਂ ਜ਼ਿਆਦਾ ਜਿਹੜਾ ਲਫ਼ਜ਼ ਹੈ ਨਾ ਮੈਨੂੰ ਕੀ ਹੈ ਆਪਣਾ ਕੀ ਜਾਂਦਾ ਹੈ ਇਹ ਉਹਨਾਂ ਨੂੰ ਪਤਾ ਨਹੀਂਗਾ ਜਾਂਦਾ ਬਹੁਤ ਕੁਛ ਹੈ ਉਸੇ ਵਜ੍ਹਾ ਨਾਲ ਹੀ ਤਾਂ ਜਾਈ ਜਾਂਦਾ ਲੇਕਿਨ ਵਜ੍ਹਾ ਨਾਲ ਹੀ ਜਾਈ ਜਾਂਦਾ ਜਾਂਦਾ ਸਭ ਕੁਛ ਹੈ ਲੇਕਿਨ ਬਸ ਗੁਮਰਾਹ
वो एक कहावत है भी, गुमराह आप दुनिया को नहीं कर रहे, गुमराह खुद हो रहे हो। खुद हो रहे हो, बिल्कुल। तो सुखदेव सिंह जी बहुत ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਹਾਂਜੀ ਤੇ ਥੋੜੀ ਖਰੀਆਂ ਗੱਲਾਂ, ਸਟਿਕ ਗੱਲਾਂ, ਭਾਵੇਂ ਤੁਹਾਡਾ ਤਰੀਕਾ ਅਲੱਗ ਹੋ ਸਕਦਾ ਹੈ ਹਾਂਜੀ ਲੇਕਿਨ ਜਨਤਾ ਨੂੰ ਬਿਲਕੁਲ ਇਸ ਬਾਰੇ ਵਿਚਾਰ ਵੀ ਕਰਨਾ ਚਾਹੀਦਾ ਹੈ ਵੀ ਜਦੋਂ ਪਿੰਡਾਂ 'ਚ ਇਹੋ ਜਿਹੇ ਸਰਪੰਚ ਆ ਗਏ ਨਾ ਜਿਹੜੇ ਖਰੀ ਗੱਲਾਂ ਕਹਿਣ ਵਾਲੇ ਹੋ ਗਏ ਤੇ ਸੱਚ ਨੂੰ ਸੱਚ ਕਹਿਣ ਵਾਲੇ ਹੋ ਗਏ ਤਾਂ ਇਸ ਦੇਸ਼ ਦੀ ਤਸਵੀਰ ਹੀ ਅਲੱਗ ਹੋਊਗੀ। बिल्कुल। शुक्रिया बहुत बहुत। हाँ जी। तो देखा आपने, ये थे मेरे साथ सुखदीप सिंह घारू। बड़ी कड़वी बातें, बड़ी सच्ची बातें और बड़ी तीखी बातें, छाती पे लगने वाली बातें कही इन्होंने। और ये हकीकत है भी चुनाव लड़ना ना लड़ना ये अलग बातें हैं, स्थिति कैसी है ये कोई मैटर नहीं करती, लेकिन जब तक राजनीति में अच्छे लोग नहीं आएंगे तब तक हालात गंदे ही रहेंगे। घारू ने कहा है कि चुनाव लड़ना मेरा लक्ष्य है और ये लक्ष्य मेरा इसलिए है कि गांव का विकास करवाना है और जनता की सेवा करना है और जो चीज़ें हैं वो पारदर्शिता से होगी। और इसके साथ ही घारू ने कहा है कि नशे को ख़त्म करने का प्रयास रहेगा और जो होगा वो पारदर्शिता के साथ होगा। बहुत बहुत धन्यवाद।